पंजाब 'ਚ ਇੱਕ ਵੱਡਾ ਪ੍ਰਸ਼ਾਸਨਿਕ ਫੇਰਬਦਲ ਹੋਇਆ ਲੇਕਿਨ ਹੁਣ ਉਹ ਫੇਰਬਦਲ ਜਿਹੜਾ ਹੈ ਉਹ ਸਿੱਧੇ ਤੌਰ ਤੇ ਸਵਾਲਾਂ ਦੇ ਘੇਰੇ ਦੇ ਵਿੱਚ ਹੈ। ਸੁਖਪਾਲ ਸਿੰਘ ਖਹਿਰਾ ਸਾਡੇ ਨਾਲ ਨੇ ਗੱਲਬਾਤ ਕਰਨਾ। ਸਰ, ਇੱਕ ਵੱਡਾ ਕੱਲ ਪ੍ਰਸ਼ਾਸਨਿਕ ਫੇਰਬਦਲ ਹੋਇਆ, ਕਰਨ ਅਵਤਾਰ ਸਿੰਘ ਦੀ ਜਗ੍ਹਾ ਹੁਣ ਵਿਨੀ ਮਹਾਜਨ ਨੂੰ ਚੀਫ ਸੈਕਟਰੀ ਲਾ ਦਿੱਤਾ ਗਿਆ। ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਇਸ ਫੇਰਬਦਲ? देखो, मैं सिर्फ कहना चाਹੁੰਦਾ कि ਇਹ ਅਨਫੇਅਰ ਤੇ ਅਨਜਸਟ ਅਪॉइंटमेंट ਆ, ਪੱਖਪਾਤੀ ਆ, ਪਿਕ ਐਂਡ ਚੂਜ਼ ਆ। ਆਪਣੇ ਕੈਪਟਨ ਸਾਹਿਬ ਨੇ ਆਪਣਾ ਰਜਵਾੜਾ ਸ਼ਾਹੀ ਦੀ ਸੋਚ ਦਾ ਇੱਕ ਵਾਰ ਫਿਰ ਮੁਜ਼ਾਹਰਾ ਕੀਤਾ। ਉਹਨਾਂ ਨੇ 5 ਸੀਨੀਅਰ ਆਫਸਰਸ ਨੂੰ ਅੱਖੋਂ ਪਰੋਖੇ ਕਰਕੇ ਇੱਕ ਅਫਸਰ ਨੂੰ ਚੱਕਿਆ ਵਾ, ਔਰ ਕਾਰਨ ਕੋਈ ਨਹੀਂ ਦੱਸੇ ਕਿ ਜਿਹੜੇ 5 ਅਫਸਰਾਂ ਨੂੰ ਮੈਂ ਛੱਡ ਰਿਹਾ ਇਹ ਕੋਈ ਕਰਪਟ ਸੀਗੇ, ਇਹਨਾਂ ਨੇ ਪੰਜਾਬ ਵਿਰੋਧੀ ਕੋਈ ਕੰਮ ਕੀਤਾ, ਇਹਨਾਂ ਤੇ ਕੋਈ ਮੁਕੱਦਮੇ ਚੱਲਦੇ ਨੇ। ਇਸ ਕਰਕੇ ਇੱਕ ਤਾਂ ਅਸੂਲਨ ਗਲਤ ਇਹ ਪੁਆਇੰਟ। ਦੂਜਾ ਵੱਡਾ ਇਹ ਆ ਕਿ ਇਹਨਾਂ ਦੇ ਹਸਬੈਂਡ ਡੀਜੀਪੀ ਨੇ ਪੰਜਾਬ ਦੇ, ਜਿਹੜਾ ਸਿਵਲ ਤੇ ਐਡਮਿਨਿਸਟ੍ਰੇਸ਼ਨ, ਪੁਲਿਸ ਐਡਮਿਨਿਸਟ੍ਰੇਸ਼ਨ ਇਹਦਾ ਡਾਇਰੈਕਟ ਕਲੈਸ਼ ਬਣਾਤਾ ਵਾ। ਕਿਉਂਕਿ ਜਿਹੜਾ ਸਿਵਲ ਐਡਮਿਨਿਸਟ੍ਰੇਸ਼ਨ ਹੈ ਇਹ ਮੈਜਿਸਟਰੀਅਲ ਪਾਵਰਸ ਨੇ ਇਹਨਾਂ ਦੇ ਕੋਲ। ਜਿੱਦਾਂ ਜ਼ਿਲ੍ਹਿਆਂ ਦੇ ਵਿੱਚ ਡੀਸੀ ਜਿਹੜੇ ਨੇ ਉਹ ਐਸਐਸਪੀਜ਼ ਦੀ ਏਸੀਆਰਸ ਲਿਖਦੇ ਨੇ, ਸਿਮਿਲਰਲੀ ਚੀਫ ਸੈਕਟਰੀ ਨੇ ਡੀਜੀਪੀ ਦੀ ਏਸੀਆਰ ਲਿਖਣੀ ਆ। ਫਰਜ਼ ਕਰੋ ਕੱਲ ਨੂੰ ਡੀਜੀਪੀ ਦਿਨਕਰ ਗੁਪਤਾ ਜਿੱਦਾਂ ਪਹਿਲਾਂ ਕੁਤਾਹੀ ਕੀਤੀ ਕੋਰੀਡੋਰ ਦੇ ਉੱਤੇ ਕਿ ਜੀ ਸਿੱਖ ਅੱਤਵਾਦੀ ਬਣ ਕੇ ਆ ਜਾਣਗੇ ਸ਼ਰਧਾਲੂ, ਕੀ ਵਿੰਨੀ ਮਹਾਜਨ ਆਪਣੇ ਘਰ ਵਾਲੇ ਦੇ ਖਿਲਾਫ ਕੋਈ ਟਿੱਪਣੀ ਕਰ ਸਕੇਗੀ? ਕੋਈ ਉਹਦੇ ਏਸੀਆਰ ਦੇ ਵਿੱਚ ਕੋਈ ਕਮੈਂਟ ਦਰਜ ਕਰਵਾ ਸਕੇ? ਕਦੀ ਵੀ ਨਹੀਂ ਕਰਾ ਸਕਦੀ। ਸੋ ਦੇਅਰਫੋਰ ਇਟ ਇਜ਼ ਕਲੈਸ਼ ਆਫ ਇੰਟਰਸਟ, ਇਟ ਇਜ਼ ਕਨਫਲਿਕਟ ਆਫ ਇੰਟਰਸਟ। ਔਰ ਦੂਜਾ ਹੈਗਾ ਕਿ ਜਿੱਦਾਂ ਪਹਿਲਾਂ ਦਿਨਕਰ ਗੁਪਤਾ ਨੂੰ ਬਣਾਇਆ, ਉਹਨਾਂ ਨੂੰ ਵੀ 5 ਅਫਸਰ ਟਪਾ ਕੇ ਬਣਾਇਆ। ਉਹ ਸਾਰੀ ਅਪਾਇੰਟਮੈਂਟ ਲਿਟੀਗੇਸ਼ਨ ਵਿੱਚ ਗਈ, ਕੈਟ ਨੇ ਸਟੇ ਕਰਤੀ, ਬਾਅਦ 'ਚ ਹਾਈ ਕੋਰਟ ਚਲੀ ਗਈ। ਦਿੱਲੀੋਂ ਵਕੀਲ ਆਉਂਦੇ ਨੇ ਦਿਨਕਰ ਗੁਪਤਾ ਦੀ ਹਿਫਾਜ਼ਤ ਕਰਨ ਲਈ, ਲੋਕਾਂ ਦੇ ਖਜ਼ਾਨੇ ਦੇ ਪੈਸਾ ਖਰਚ ਕੇ। ਹੁਣ ਇਹ ਵੀ ਜਿਹੜੀ ਅਪਾਇੰਟਮੈਂਟ ਹੈ ਇਹ ਡੈਫੀਨੇਟਲੀ ਚੈਲੰਜ ਹੋਵੇਗੀ, ਤੇ ਜਦੋਂ ਇਹ ਚੈਲੰਜ ਹੋਵੇਗੀ ਸਰਕਾਰ ਲੱਖਾਂ ਰੁਪਇਆ ਪੰਜਾਬ ਦੇ ਲੋਕਾਂ ਦੇ ਖਜ਼ਾਨੇ ਦਾ ਖਰਚਾ ਗਲਤ ਕੰਮ ਨੂੰ ਡਿਫੈਂਡ ਕਰਨ ਲਈ। ਔਰ ਮੈਂ ਮਜਮੂਈ ਤੌਰ ਤੇ ਕਹਿਣਾ ਚਾਹੁੰਦਾ ਕਿ ਜਿਹੜੀ ਅਪਾਇੰਟਮੈਂਟ ਹੀ ਬੇਇਨਸਾਫੀ ਤੇ ਆਧਾਰਿਤ ਆ, ਉਹਨਾਂ ਅਫਸਰਾਂ ਤੋਂ ਤੁਸੀਂ ਇਨਸਾਫ ਕਿੱਦਾਂ ਉਮੀਦ ਕਰ ਸਕਦੇ ਹੋ? ਨੰਬਰ 1, ਕਿਸ ਤਰ੍ਹਾਂ ਦੀ ਬੇਇਨਸਾਫੀ? ਕਿਉਂਕਿ ਸਿੱਧੇ ਤੌਰ ਤੇ ਤੁਸੀਂ ਕਹਿ ਰਹੇ ਹੋ ਕਿ 5 ਅਫਸਰਾਂ ਨੂੰ ਸੁਪਰਸੀਡ ਕੀਤਾ ਗਿਆ। ਕਿਹੜੇ 5 ਅਫਸਰ ਨੇ ਜਿਨ੍ਹਾਂ ਨੂੰ ਸੁਪਰਸੀਡ ਕੀਤਾ ਗਿਆ, ਔਰ ਬੇਇਨਸਾਫੀ ਕਿੱਦਾਂ ਹੋਈ? ਆਪਣੇ ਆਪ 'ਚ ਵਿੱਚ ਬੇਇਨਸਾਫੀ ਸਾਰੀਆਂ ਹੀ ਸੀਨੀਅਰ ਇਹਨਾਂ ਤੋਂ। KPS ਸਿੱਧੂ ਇੱਕ ਕਾਬਲ ਅਫਸਰ ਸੀਗੇ, ਉਹਨਾਂ ਤੇ ਕੋਈ ਇਲਜ਼ਾਮ ਨਹੀਂਗਾ। ਔਰ ਵੈਸੇ ਵੀ ਇੱਕ ਸੰਤੁਲਨ ਹੁੰਦਾ ਪੰਜਾਬ ਵਰਗੀ ਸਟੇਟ ਜਿਹੜੀ ਕਿ ਇੱਕ ਮਾਈਨੋਰਿਟੀ ਸਟੇਟ ਆ। ਜੇ ਤੁਸੀਂ ਇੱਕ ਅਫਸਰ ਨੂੰ ਕਿਸੇ ਨੌਨ ਪੰਜਾਬੀ ਜਾਂ ਗੈਰ ਸਿੱਖ ਨੂੰ ਲਾਉਣੇ ਤੇ ਇੱਕ ਤਾਂ ਸਿੱਖ ਲਾ ਛੱਡੋ। ਜੇ ਡੀਜੀਪੀ ਤੁਸੀਂ ਇੱਕ ਗੈਰ ਸਿੱਖ ਲਾਤਾ ਸੀਗਾ ਤਾਂ ਇੱਕ ਸਿੱਖ ਨੂੰ ਚੀਫ ਸੈਕਟਰੀ ਦਾ ਮਾਣ ਦੇ ਦਿਓ। ਔਰ ਉਹਨਾਂ ਦਾ ਟੈਨਿਓਰ ਸ਼ਾਇਦ ਤਾਂ 2021 ਤੱਕ ਸੀ, ਤੇ ਵਿਨੀ ਮਹਾਜਨ ਦੀ ਟੈਨਿਓਰ ਤਾਂ ਉਸ ਤੋਂ ਬਾਅਦ ਵੀ ਆ। ਇੱਥੇ ਹੀ ਬਸ ਨਹੀਂ, ਕੈਪਟਨ ਅਮਰਿੰਦਰ ਸਿੰਘ ਨੇ ਪਿਛਲੇ 3 ਸਾਲਾਂ ਜਿਹੜੀਆਂ ਟੌਪ 10 ਅਪਾਇੰਟਮੈਂਟਸ ਕੀਤੀਆਂ ਨੇ ਉਹ ਉਹਨਾਂ ਦੀ ਫਿਊਡਲ ਸੋਚ ਦਾ ਮੁਜ਼ਾਹਰਾ ਕਰਦੀਆਂ ਨੇ। ਅੱਜ ਐਡਵੋਕੇਟ ਜਨਰਲ ਪੰਜਾਬ ਦਾ ਉਹ ਹੈ ਭਾਵੇਂ ਪੰਜਾਬੀ ਆ, ਪਰ ਉਹ ਦਿੱਲੀ ਦਾ ਰਹਿਣ ਵਾਲਾ ਵਾ, ਗੈਰ ਸਿੱਖ ਆ। ਅੱਜ ਲੋਕਪਾਲ ਇੱਕ ਜਸਟਿਸ ਵਿਨੋਦ ਸ਼ਰਮਾ ਗੈਰ ਸਿੱਖ ਨੇ, ਇਨਫੋਰਮੇਸ਼ਨ ਕਮਿਸ਼ਨਰ ਸੁਰੇਸ਼ ਅਰੋੜਾ ਜੀ ਨੇ, ਹਿਊਮਨ ਰਾਈਟਸ ਦੇ ਕਮਿਸ਼ਨ ਦੇ ਜਸਟਿਸ ਅੰਸਾਰੀ ਉਹ ਪੰਜਾਬੀ ਨਹੀਂਗੇ, ਉਹ ਬਾਹਰਲੇ ਨੇ। ਸਟੇਟ ਇਲੈਕਸ਼ਨ ਕਮਿਸ਼ਨ ਜਿਹੜਾ ਚਲਾਉਂਦਾ ਉਹ ਗੈਰ ਸਿੱਖ ਆ, ਵਿਮਨ ਕਮਿਸ਼ਨ ਗੈਰ ਸਿੱਖ, ਫਾਰਮਰ ਕਮਿਸ਼ਨ ਗੈਰ ਸਿੱਖ, ਤੇ ਸਟੇਟ ਫੂਡ ਕਮਿਸ਼ਨ ਇੱਕ ਰਿਟਾਇਰਡ ਅਫਸਰ। ਮਤਲਬ ਅਮਰਿੰਦਰ ਸਿੰਘ ਨੂੰ ਸਿਰਫ ਅਫਸਰ ਨਜ਼ਰ ਆ ਰਹੇ ਨੇ, ਉਹਨਾਂ ਨੂੰ ਕੋਈ ਐਮੀਨੈਂਟ ਪੰਜਾਬ ਦੇ ਲੋਕ ਜਿਨ੍ਹਾਂ ਨੇ ਕੋਈ ਐਜੂਕੇਸ਼ਨ ਦੀ ਫੀਲਡ 'ਚ, ਐਗਰੀਕਲਚਰ ਦੀ ਫੀਲਡ 'ਚ ਜਾਂ ਕਿਸੇ ਹੋਰ ਫੀਲਡ ਵਿੱਚ ਕੋਈ ਮਹਾਰਤਾ ਕੀਤੀ ਆ, ਉਹਨਾਂ ਨੂੰ ਨਹੀਂ ਲਾਉਣਾ ਚਾਹੀਦਾ ਸੀਗਾ। ਇਸ ਕਰਕੇ ਇਹ ਪੰਜਾਬ ਦੀ ਘੱਟ ਗਿਣਤੀ ਵਾਸਤੇ ਵੀ ਇੱਕ ਜਿਹੜੇ ਪੰਜਾਬ ਦੇ ਲੈਟਸ ਸੇ ਸਿੱਖ ਅਫਸਰ ਨੇ, ਕਿ ਇਹਨਾਂ ਨੇ ਤਾਮਿਲਨਾਡੂ 'ਚ ਜਾ ਕੇ ਜਾਂ ਕਰਨਾਟਕਾ ਵਿੱਚ ਆਪਣੀ ਸੇਵਾਵਾਂ ਦੇਣੀਆਂ ਨੇ, ਉਹਨਾਂ ਨੂੰ ਡਿਮੋਰਲਾਈਜ਼ ਕੀਤਾ ਗਿਆ। ਉਹਨਾਂ ਨੂੰ ਇੱਕ ਕਿਸਮ ਦੀ ਉਹਨਾਂ ਦੀ ਤੋਹੀਨ ਤੇ ਉਹਨਾਂ ਦੇ ਨਾਲ ਵਿਤਕਰਾ ਵਾ। ਇਸ ਕਰਕੇ ਸਾਰੀਆਂ ਅਪਾਇੰਟਮੈਂਟਸ ਗਲਤ ਨੇ, ਔਰ ਕੈਪਟਨ ਅਮਰਿੰਦਰ ਸਿੰਘ ਨੂੰ ਬਲਕਿ ਸਾਰੀਆਂ ਤੇ ਨਜ਼ਰਸਾਨੀ ਕਰਨੀ ਚਾਹੀਦੀ ਹੈ। ਇਹ ਗਲਤ ਸੰਦੇਸ਼ ਦੇ ਰਹੇ ਨੇ, ਗਲਤ ਇੱਕ ਮੈਸੇਜ ਹੀ ਗਲਤ ਜਾ ਰਿਹਾ ਵਾ। ਦੂਜੇ ਪਾਸੇ ਇਹ ਕਿਹਾ ਜਾ ਰਿਹਾ ਹੈ ਕਿ ਇਸ ਵਾਰ ਪਹਿਲੀ ਵਾਰ ਇਹੋ ਜਿਹਾ ਹੋਇਆ ਕਿ ਇੱਕ ਮਹਿਲਾ ਨੂੰ ਤਵੱਜੋ ਦਿੱਤੀ ਗਈ ਹੈ ਔਰ ਮੁੱਖ ਸਕੱਤਰ ਦੇ ਅਹੁਦੇ ਤੇ ਇੱਕ ਮਹਿਲਾ ਨੂੰ ਬਿਠਾਇਆ ਗਿਆ। ਤੁਹਾਨੂੰ ਲੱਗਦਾ ਹੈ ਕਿ ਮਹਿਲਾ ਨੂੰ ਪ੍ਰੋਤਸਾਹਨ ਮਿਲ ਗਿਆ? ਸਵਾਗਤ ਕਰ, ਪਰ ਮਹਿਲਾ ਦੀ ਅਪਾਇੰਟਮੈਂਟ ਮੈਰਿਟ ਦੇ ਆਧਾਰ ਹੋਣੀ ਚਾਹੀਦੀ ਨਾ। ਇਟ ਕੈਨੋਟ ਬੀ ਬੇਸਡ ਔਨ ਅਨਜਸਟ ਅਨਫੇਅਰ ਮੀਨਸ ਜਸਟ ਬਿਕੋਜ਼ ਅਮਰਿੰਦਰ ਸਿੰਘ ਨੂੰ ਕੋਈ ਅਫਸਰ ਪਸੰਦ ਆ, ਇਹਦਾ ਮਤਲਬ ਅਮਰਿੰਦਰ ਸਿੰਘ ਡੈਮੋਕ੍ਰੈਟਿਕ ਚੀਫ ਮਿਨਿਸਟਰ ਨਹੀਂ ਗੇ। ਉਹ ਇੱਕ ਫਿਊਡਲ ਨੇ, ਇੱਕ ਫਿਊਡਲ ਲਾਰਡ ਨੇ ਕਿ ਅੱਜ ਮੇਰਾ ਦਿਲ ਕੀਤਾ ਸਵੇਰੇ ਉੱਠ ਕੇ ਕਿ ਮੈਂ ਇਹਨੂੰ ਲਾਉਣਾ ਵਾ। ਇਹ ਇਸ ਤਰ੍ਹਾਂ ਦੀ। ਦੂਜਾ, ਇਹਨਾਂ ਦੇ ਆਪਣੇ ਮਿਨਿਸਟਰਸ ਰੌਲਾ ਪਾਉਂਦੇ ਰਹੇ ਆ ਕਿ ਜੀ ਅਫਸਰਸ਼ਾਹੀ ਬੜੀ ਮਜ਼ਬੂਤ ਕਰਤੀ। ਕਾਂਗਰਸ ਦੇ MLAs ਦਾ ਰੋਜ਼ ਰੌਲਾ ਸੁਣਦੇ ਆ ਕਿ ਚੁਣੇ ਹੋਏ ਨੁਮਾਇੰਦਿਆਂ ਦੀ ਕੋਈ ਪੁੱਛ-ਗਿੱਛ ਨਹੀਂ ਜੀ ਕਾਂਗਰਸ ਸਰਕਾਰ 'ਚ, ਇਹ ਜੀ ਗਲਤ ਹੋ ਰਿਹਾ ਵਾ। ਤੇ ਕੈਪਟਨ ਅਮਰਿੰਦਰ ਸਿੰਘ ਨੇ ਤਾਂ ਬਿਊਰੋਕ੍ਰੇਸੀ ਨੂੰ ਹੋਰ ਮਜ਼ਬੂਤ ਕਰਤਾ, ਇੱਕ ਥਾਂ ਹੀ ਕਰ ਦਿੱਤਾ, ਇੱਕ ਘਰ 'ਚ ਹੀ ਵਾੜ ਦਿੱਤਾ ਵਾ ਕਿ ਜਾਓ ਹੁਣ ਜੋ ਤੁਸੀਂ ਆਪਣਾ ਜ਼ੋਰ ਲਾਉਣਾ ਲਾ ਲਓ। ਇਹ ਉਹਨਾਂ ਦੀ ਤੋਹੀਨ ਵੀ ਆ। ਔਰ ਮੈਂ ਨਾਲ ਸੁਖਬੀਰ ਬਾਦਲ ਨੂੰ ਪੁੱਛਣਾ ਚਾਹੁੰਦਾ ਕਿ ਉਹ ਮੂਕ ਦਰਸ਼ਕ ਬਣ ਕੇ ਕਿਉਂ ਬੈਠੇ ਹੋਏ ਨੇ? ਉੱਦਾਂ ਕਹਿੰਦੇ ਅਸੀਂ ਪੰਜਾਬੀਆਂ ਦੇ ਹਿਤੈਸ਼ੀ ਆ, ਅਸੀਂ ਘੱਟ ਗਿਣਤੀਆਂ ਦੇ ਹਿਤੈਸ਼ੀ ਆ,
ਅਸੀਂ ਪੰਜਾਬੀ ਭਾਸ਼ਾ ਦੇ ਹਿਤੈਸ਼ੀ ਕਿੱਥੇ ਨੇ? ਉਹਨਾਂ ਨੂੰ ਪਿਛਲੇ 3 ਸਾਲਾਂ 'ਚ ਕੋਈ ਅਪਾਇੰਟਮੈਂਟ ਗਲਤ ਨਹੀਂ ਨਜ਼ਰ ਆਈ। ਇਸ ਲਈ ਆ ਵੀ ਜਿਹੜੀ ਅਪਾਇੰਟਮੈਂਟ ਆ, ਜਦ ਇਹ ਮੈਰਿਟ ਤੇ ਹੀ ਨਹੀਂ ਗਈ, ਇਹ ਸੀਨੀਅਰਿਟੀ ਤੇ ਨਹੀਂ ਗਈ, ਇਹ ਗਲਤ ਆ ਔਰ ਇਹਦਾ ਸੋਸ਼ਲ ਇੰਬੈਲੈਂਸ ਆ। ਜਦ ਸਾਰੇ ਪੰਜਾਬ, ਬਲਕਿ ਡੀਸੀ ਵੀ ਤੁਸੀਂ ਦੇਖੋਗੇ 22 ਜ਼ਿਲ੍ਹਿਆਂ ਚੋਂ 15 ਡੀਸੀ ਨੌਨ ਸਿੱਖ ਨੇ। ਤੇ ਯਾਰ ਜੇ ਪੰਜਾਬ ਦੇ ਸਿੱਖ ਅਫਸਰਾਂ ਨੇ ਪੰਜਾਬ 'ਚ ਨਹੀਂ ਨੌਕਰੀ ਕਰਨੀ, ਫਿਰ ਉਹ ਕਿੱਥੇ ਕਰਨਗੇ? ਲੇਕਿਨ ਖੈਰ ਸਾਹਿਬ, ਸਵਾਲ ਇਹ ਵੀ ਤਾਂ ਹੈ ਕਿ ਜਿਸ ਤਰ੍ਹਾਂ ਨਾਲ ਮੰਤਰੀਆਂ ਨਾਲ ਵਿਵਾਦ ਹੋਇਆ ਔਰ ਇਹੀ ਕਿਹਾ ਜਾ ਰਿਹਾ ਕਿ ਆ ਜਿਹੜੀ ਹੁਣ ਤਬਦੀਲੀ ਹੋਈ ਹੈ ਉਸੇ ਵਿਵਾਦ ਦਾ ਇੱਕ ਹਿੱਸਾ ਹੈ। ਲੇਕਿਨ ਉਸ ਵਿਵਾਦ ਵੇਲੇ ਇੱਕ ਸਵਾਲ ਉੱਠਿਆ ਸੀ 650 ਕਰੋੜ ਦਾ ਕਨਫਲਿਕਟ ਆਫ ਇੰਟਰਸਟ ਦਾ ਮਾਮਲਾ ਵੀ ਆਇਆ ਸੀ ਕਿ ਜਿਹੜੇ ਉਸ ਸਮਾਂ ਦੇ ਚੀਫ ਸੈਕਟਰੀ ਸੀ ਕਰਨ ਅਵਤਾਰ ਸਿੰਘ, ਉਹਨਾਂ ਦੇ ਨਜ਼ਦੀਕੀ ਜਿਹੜੇ ਨੇ ਉਹ ਸ਼ਰਾਬ ਕਾਰੋਬਾਰ ਦੇ ਵਿੱਚ ਸੰਮਿਲਿਤ ਨੇ। ਤੇ ਇਸ ਤਰ੍ਹਾਂ ਦੀ ਤਬਦੀਲੀ ਕਿਆ ਉਨ ਆਰੋਪਾਂ ਨੂੰ ਗਲਤ ਸਾਬਿਤ ਕਰ ਦੂਗੀ? ਦੇਖੋ, ਕੈਪਟਨ ਅਮਰਿੰਦਰ ਸਿੰਘ ਨੇ ਕਦੀ ਕੋਈ ਜਾਂਚ ਕਰਾਈ ਹੈ ਨਿਰਪੱਖ? ਉਹਨਾਂ ਦੇ ਡੀਜੀਪੀ ਦੇ ਵੀ ਇਲਜ਼ਾਮ ਲੱਗੇ ਸੀ ਕਿ ਡਰੱਗ ਮਾਫੀਆ ਦੇ ਨਾਲ ਇਹਨਾਂ ਦੇ ਤੁਲਕਾਤ ਨੇ, ਉਹਦੀ ਕੋਈ ਜਾਂਚ ਨਹੀਂ ਹੋਈ। ਉਹਨਾਂ ਦੇ ਚੀਫ ਸੈਕਟਰੀ ਦੇ ਇਲਜ਼ਾਮ ਲੱਗ ਕੇ ਇਹਨਾਂ ਦੇ ਬੇਨਾਮੀ ਸ਼ੇਅਰ ਹੈ ਕਪੂਰਥਲੇ ਦੀ ਜਗਤਜੀਤ ਹਮੀਰਾ ਇੰਡਸਟਰੀ ਦੇ ਵਿੱਚ, ਕੋਈ ਜਾਂਚ ਨਹੀਂ। ਸਿਰਫ ਰਿਪਲੇਸਮੈਂਟ ਇਜ਼ ਨਾਟ ਇਨਫ ਪਨਿਸ਼ਮੈਂਟ, देयर हैज टू बी ਇਨਕੁਆਇਰੀ। ਹਾਂ, ਅਗਰ ਉਹ ਬੇਕਸੂਰ ਨੇ ਤੇ ਆਪਣੇ ਆਪ ਉਹ ਜਾਂਚ ਵਿੱਚ ਬੇਕਸੂਰ ਸਾਬਤ ਹੋ ਜਾਣਗੇ। ਔਰ ਦੂਸਰਾ ਹੈਗਾ ਕਿ ਜਿਹੜਾ ਸ਼ਰਾਬ ਦਾ ਵਪਾਰ ਹੈ, ਘੁਟਾਲਾ, ਇਹ ਅਮਰਿੰਦਰ ਸਿੰਘ ਦੀ ਸਰਕਾਰ ਆਪ ਮੰਨਦੀ ਆ ਕਿ ਪਿਛਲੇ 1 ਸਾਲ ਵਿੱਚ 1820 ਕਰੋੜ ਰੁਪਈਆ ਐਕਸਾਈਜ਼ ਰੈਵਨਿਊ ਘਟੀ ਆ। ਕੀ ਕੈਪਟਨ ਸਾਹਿਬ ਨੇ ਉਹ ਜਿਹੜੀ ਡਾਕਾ ਵੱਜਿਆ ਸਾਡੇ ਖਜ਼ਾਨੇ ਤੇ ਉਹਨੂੰ ਰਿਕਵਰ ਕਰਨ ਦੀ ਕੋਸ਼ਿਸ਼ ਕੀਤੀ? ਇਹ ਕਾਫੀ ਨਹੀਂਗਾ ਕਿ ਅਸੀਂ ਇੱਕ ਅਫਸਰ ਦਾ ਤਬਾਦਲਾ ਕਰਤਾ ਤੇ ਬਾਕੀ ਸਾਰੀ ਗੱਲ ਤੇ ਮਿੱਟੀ ਪਾਤੀ। ਇਸ ਕਰਕੇ ਮੈਂ ਕਹਿਣਾ ਚਾਹੁੰਦਾ ਵਾਂ ਕਿ ਕੈਪਟਨ ਅਮਰਿੰਦਰ ਸਿੰਘ ਬੇਸਿਕਲੀ ਬਾਬੂਆਂ ਦੇ ਤੇ ਅਫਸਰਾਂ ਦੇ ਮੁੱਖ ਮੰਤਰੀ ਸਾਬਤ ਹੋ ਰਹੇ ਨੇ ਦੁਬਾਰਾ ਆਪਣੀ ਕਾਰਜਸ਼ੈਲੀ ਦੇ ਨਾਲ। ਇਸ ਤੋਂ ਹਟ ਕੇ ਇੱਕ ਹੋਰ ਵੱਡਾ ਮਸਲਾ ਨਿਕਲ ਕੇ ਸਾਹਮਣੇ ਆਇਆ ਬਹਿਬਲ ਕਲਾਂ ਔਰ ਬਰਗਾੜੀ ਦੇ ਵਿੱਚ, ਜਿਸ ਤਰ੍ਹਾਂ ਨਾਲ ਕੁੰਵਰ ਵਿਜੇ ਪ੍ਰਤਾਪ ਹੁਣ ਚਾਹੁੰਦੇ ਨੇ ਕਿ ਜਿਹੜੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਜਾਂ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਨੇ, ਉਹਨਾਂ ਨੂੰ ਕੋਰਟ ਦੇ ਵਿੱਚ ਇੰਟਰੋਡਿਊਸ ਕੀਤਾ ਜਾ ਸਕੇ, ਉਹਨਾਂ ਨੂੰ ਬਤੌਰ ਆਰੋਪੀ ਜਿਹੜਾ ਕੋਰਟ ਦੇ ਵਿੱਚ ਲਿਆਇਆ ਜਾ ਸਕੇ। ਤੇ ਇਸ ਨੂੰ ਕਿਸ ਤਰ੍ਹਾਂ ਦੇਖਦੇ? ਨਹੀਂ ਹੋਣਾ ਉਹਨਾਂ ਤੋਂ। ਹਾਲਾਂਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਇੱਕ ਅੱਛਾ ਕੰਪੀਟੈਂਟ ਤੇ ਓਨੈਸਟ ਅਫਸਰ ਆ, ਪਰ ਉਹਨਾਂ ਦੇ ਹੱਥ ਬੰਨੇ ਹੋਏ ਨੇ। ਉਹਨਾਂ ਦੀ ਜਿਹੜੀ ਐਸਆਈਟੀ ਬਣਾਈ ਸੀ, ਪਹਿਲਾਂ ਉਹ ਤੋਂ ਬਗਾਵਤ ਕਰਾਤੀ ਸਰਕਾਰ ਦੇ ਟੌਪ ਅਫਸਰਾਂ ਨੇ, ਕੈਪਟਨ ਸਾਹਿਬ ਉਹਨਾਂ ਦੇ ਜਿਹੜੇ ਚੇਲੇ ਬਾਲਕੇ ਨੇ। ਔਰ ਹੁਣ 3 ਸਾਲ ਬੀਤਣ ਤੋਂ ਬਾਅਦ ਬਹਿਬਲ ਕਲਾਂ ਫਾਇਰਿੰਗ ਵਿੱਚ ਕਿਸੇ ਵੱਡੇ ਪੁਲਿਸ ਅਫਸਰ ਨੂੰ ਇੰਪਲੀਕੇਟ ਨਹੀਂ ਕੀਤਾ ਗਿਆ, ਕਿਸੇ ਪੋਲੀਟੀਸ਼ੀਅਨ ਨੂੰ ਇੰਪਲੀਕੇਟ ਨਹੀਂ ਕੀਤਾ ਗਿਆ। ਇਸ ਕਰਕੇ ਮੈਂ ਸਮਝਦਾ ਕਿ ਜਿਸ ਪੇਸ ਦੇ ਉੱਤੇ ਇਹ ਇਨਵੈਸਟੀਗੇਸ਼ਨ ਚੱਲ ਰਹੀ ਆ, ਇਹਦੇ 'ਚ ਉਹਨਾਂ ਤਾਕਤਵਰ ਪੁਲਿਸ ਵਾਲਿਆਂ ਨੂੰ ਤੇ ਤਾਕਤਵਰ ਪੋਲੀਟੀਸ਼ੀਅਨਸ ਦੇ ਖਿਲਾਫ ਕੋਈ ਵੱਡੀ ਕਾਰਵਾਈ ਹੋਣ ਦੇ ਉਮੀਦ ਨਹੀਂ। ਤੁਹਾਨੂੰ ਇਹ ਵੀ ਲੱਗਦਾ ਹੈ ਕਿ ਜਿਹੜਾ ਜਿਸ ਤਰ੍ਹਾਂ ਨਾਲ ਇਨਕੁਆਇਰੀ ਲਗਾਤਾਰ ਹੋ ਰਹੀ ਹੈ, ਕੋਰਟ ਦੇ ਵਿੱਚ ਮਾਮਲੇ ਵੀ ਜਾ ਰਹੇ ਨੇ, ਡਿਲੇ ਹੋ ਰਿਹਾ ਹੈ, ਉਹ ਜਸਟਿਸ ਘੱਟ ਹੀ ਮਿਲਦਾ ਨਜ਼ਰ ਆਊ? 100% ਇਹ ਸਭ ਕੁਝ ਠੰਡੇ ਬਸਤੇ ਦੇ ਵਿੱਚ ਆ। ਜਿਨ੍ਹਾਂ ਦੇ ਮਾੜੇ ਮੋਟੇ ਖਿਲਾਫ ਕੋਈ ਆਰੋਪ ਵੀ ਤੈਅ ਕੀਤੇ, ਚਾਰਜ ਫਲੇਮ ਕੀਤੇ ਜਾਂ ਉਹਨਾਂ ਦੇ ਖਿਲਾਫ FIR ਕੀਤੀ, ਸਾਰੇ ਅਫਸਰ ਤਾਂ ਜ਼ਮਾਨਤਾਂ ਲੈ ਗਏ ਨੇ। ਚਰਨਜੀਤ ਸ਼ਰਮੇ ਦੇ ਖਿਲਾਫ 302 ਦਾ ਮੁਕੱਦਮਾ ਦਰਜ ਕੀਤਾ ਕਿ 2 ਬੰਦਿਆਂ ਨੂੰ ਮਾਰਨ ਦੀ ਵੱਡੀ ਜ਼ਿੰਮੇਵਾਰੀ ਇਹਦੀ ਆ, 2 ਸਿੱਖਾਂ ਦੀ ਬਹਿਬਲ ਕਲਾਂ 'ਚ। ਉਹ ਹਾਈ ਕੋਰਟ ਤੋਂ ਜ਼ਮਾਨਤ ਬੇਲ ਤੇ ਨੇ। ਸਾਰੇ ਪੁਲਿਸ ਅਧਿਕਾਰੀ ਜ਼ਮਾਨਤਾਂ ਤੇ ਨੇ। ਔਰ ਜ਼ਮਾਨਤਾਂ ਕਰਾਉਣ ਵੇਲੇ ਪੰਜਾਬ ਸਰਕਾਰ ਦਾ ਜਿਹੜਾ ਐਡਵੋਕੇਟ ਜਨਰਲ ਦਾ ਦਫ਼ਤਰ ਹੈ, ਉਹ ਚੁੱਪ ਕਰਕੇ ਮੂਕ ਦਰਸ਼ਕ ਬਣ ਜਾਂਦਾ, ਉਹ ਮੂੰਹ ਪਰਲੇ ਪਾਸੇ ਨੂੰ ਕਰ ਲੈਂਦਾ, ਜੱਜ ਜ਼ਮਾਨਤਾਂ ਦੇ ਦਿੰਦੇ ਨੇ। ਇੱਥੋਂ ਸਾਰਾ ਕੁਝ ਸਾਬਤ ਹੁੰਦਾ ਕਿ ਇਹ ਸਾਰਾ ਕੁਝ ਇਸ ਮਾਮਲੇ ਨੂੰ ਠੰਡੇ ਬਸਤੇ ਵਿੱਚ ਵੀ ਪਾਇਆ ਜਾ ਰਿਹਾ ਤਾਂ ਕਿ ਅਸਲ ਗੁਨਾਹਗਾਰਾਂ ਤੱਕ ਸਰਕਾਰ ਦੇ ਇਹ ਜਿਹੜੇ ਕਾਨੂੰਨ ਦੇ ਹੱਥੇ ਪਹੁੰਚ ਹੀ ਨਾ ਸਕਣ। 3 ਸਾਲ ਤਾਂ ਹੋ ਗਏ ਨੇ, 1.5 ਸਾਲ ਅੱਗੇ ਰਹਿ ਗਿਆ ਵਾ। ਅਖੀਰਲਾ ਸਾਲ ਤਾਂ ਸਾਲ ਹੀ ਰਹਿ ਗਿਆ, ਅਖੀਰਲਾ ਸਾਲ ਤਾਂ ਇਲੈਕਸ਼ਨ ਦਾ ਸਾਲ ਹੋ ਜਾਂਦਾ ਫਿਰ ਸਾਰਾ। ਇਹ ਗੱਲ ਦੇਖੋ, ਆ ਸੁਖਪਾਲ ਸਿੰਘ ਖਹਿਰਾ ਜਿਨ੍ਹਾਂ ਨੇ ਸਿੱਧੇ ਤੌਰ ਤੇ ਜਿੱਥੇ ਮੁੱਖ ਸਕੱਤਰ ਦੀ ਜਿਹੜੀ ਨਿਯੁਕਤੀ ਹੋਈ ਹੈ ਉਸ ਤੇ ਸਵਾਲ ਚੁੱਕੇ ਨੇ, ਨਾਲੋਂ ਨਾਲ ਬਰਗਾੜੀ ਔਰ ਬਹਿਬਲ ਕਲਾਂ ਕਾਂਡ ਦੇ ਵਿੱਚ ਜਿਹੜੀ ਡਿਲੇ ਹੋ ਰਹੀ ਹੈ ਜਸਟਿਸ ਨੂੰ ਲੈ ਕੇ, ਉਸ ਤੇ ਵੀ ਸਵਾਲ ਚੁੱਕੇ ਨੇ। ਬਹਿਰਹਾਲ ਵੇਖਣਾ ਇਹੀ ਹੋਏਗਾ ਕਿ ਇਹਨਾਂ ਦੇ ਇਸ ਬਿਆਨਾਂ ਤੇ ਜਿਹੜਾ ਕਾਂਗਰਸੀ ਧੜਾ ਹੈ ਕਿਸ ਤਰ੍ਹਾਂ ਨਾਲ ਪਲਟਵਾਰ ਕਰਦਾ ਹੋਇਆ ਨਜ਼ਰ ਆਉਂਦਾ ਹੈ। ਕੈਮਰਾਮੈਨ ਦਵਿੰਦਰ ਸਿੰਘ ਦੇ ਨਾਲ ਵਿਨੀਤ ਕਪੂਰ, ANB ਨਿਊਜ਼, ਚੰਡੀਗੜ੍ਹ।